ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੇ ਹਾਂ। ਮੈਂ ਨਵਜੀਤ ਹਾਜ਼ਰ ਹਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਲੈ ਕੇ। ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਸਮਾਜ ਵਿੱਚ ਜੋ ਕੁਝ ਵੀ ਵਾਪਰਦਾ ਹੈ ਤੁਹਾਡੇ ਤੱਕ ਅਪੜਦਾ ਕੀਤਾ ਜਾਵੇ। ਪੰਨੂ ਸਾਹਿਬ ਆਪਣੇ ਤਰੀਕੇ ਨਾਲ ਹਰ ਰੋਜ਼ ਖਬਰਾਂ ਤੇ ਚਰਚਾ ਕਰਦੇ ਨੇ, ਮੇਰੇ ਨਾਲ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ, ਫਿਰ ਕਰਦੇ ਹਾਂ ਚਰਚਾ। ਪੰਨੂ ਸਾਹਿਬ ਸਵਾਗਤ ਜੀ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਭਾਰਤ ਵਿੱਚ ਰਾਸ਼ਟਰਪਤੀ ਸਾਹਿਬ ਦੀ ਚੋਣ ਹੋਣੀ ਹੈ। ਰਾਮਨਾਥ ਕੋਵਿੰਦ ਉਹਨਾਂ ਦਾ ਕਾਰਜਕਾਲ ਖਤਮ ਹੋ ਜਾਣਾ ਹੈ। ਚੋਣ ਪ੍ਰਕਿਰਿਆ ਹੁਣ ਐਲਾਨ ਤਾਂ ਹੋ ਗਿਆ, ਪ੍ਰਕਿਰਿਆ ਕੀ ਹੈ ਪੂਰੀ ਇਹਦੀ ਅਗਲੀ? ਨਵਜੀਤ ਜੀ, ਹੋਣ ਵਾਲੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਜਿਹੜੇ ਅਹੁਦੇ ਦੀ ਮਿਆਦ ਹੈ ਉਹ ਜੁਲਾਈ 'ਚ ਪੂਰੀ ਹੋ ਰਹੀ ਹੈ ਜੀ। ਉਹਦੇ ਤੋਂ ਪਹਿਲਾਂ ਨਵੇਂ ਰਾਸ਼ਟਰਪਤੀ ਦੀ ਚੋਣ ਹੋਣੀ ਆ। ਹੋ ਸਕਦਾ ਇਹੋ ਹੀ ਚੁਣੇ ਜਾਣ, ਹੋ ਸਕਦਾ 8-9 ਜਣੇ ਲਾਈਨ 'ਚ ਆ ਉਹਨਾਂ 'ਚੋਂ ਕੋਈ ਚੁਣਿਆ ਜਾਵੇ। ਕਿਹਨੂੰ ਚੁਣਨਾ ਇਹ ਸਿਰਫ ਦੋ ਬੰਦੇ ਜਾਣਦੇ, ਇੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੂਜੇ ਗ੍ਰਹਿ ਮੰਤਰੀ ਅਮਿਤ ਸ਼ਾਹ। ਤੀਸਰੇ ਕਿਸੇ ਨੂੰ ਕੋਈ ਪਤਾ ਨਹੀਂ, ਨੇੜੇ ਜਾ ਕੇ ਦੱਸਣਗੇ ਜੀ। ਹੁਣ ਇਸ ਸਾਰੇ ਚੱਕਰ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਧਿਆਨ ਇਹ ਆ ਕਿ ਰਾਸ਼ਟਰਪਤੀ ਦੀ ਚੋਣ 'ਚ ਵੋਟਾਂ ਕਿਹਨਾਂ ਨੇ ਪਾਉਣੀਆਂ। ਅਮਰੀਕਾ ਵਰਗੇ ਦੇਸ਼ ਨੇ ਜਿੱਥੇ ਸਾਰੇ ਵੋਟਰ ਵੋਟ ਪਾਉਂਦੇ ਆ। ਰਾਸ਼ਟਰਪਤੀ ਦੀ ਚੋਣ ਸਿੱਧੀ ਸਾਰੇ ਲੋਕਾਂ 'ਚ ਹੁੰਦੀ ਹੈ, ਹਰ ਅਡਲਟ ਸਿਟੀਜ਼ਨ ਜਿਹੜਾ ਵੋਟ ਪਾਉਂਦਾ। ਸਾਡਾ ਇੱਥੇ ਸਿਸਟਮ ਨਹੀਂ ਗਾ। ਸਾਡੇ ਕੋਲ ਸਿਸਟਮ ਇਹ ਹੈ ਕਿ ਰਾਸ਼ਟਰਪਤੀ ਦੀ ਚੋਣ ਵਿੱਚ ਪਾਰਲੀਮੈਂਟ ਦੇ ਦੋਵਾਂ ਹਾਊਸਾਂ, ਲੋਕ ਸਭਾ ਅਤੇ ਰਾਜ ਸਭਾ ਦੇ ਚੁਣੇ ਹੋਏ ਮੈਂਬਰ ਵੋਟ ਪਾਉਂਦੇ ਆ। ਸੂਬਿਆਂ ਦੇ ਵਿੱਚ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰ ਵੋਟ ਪਾਉਂਦੇ ਆ। ਪਾਰਲੀਮੈਂਟ ਦੇ ਵਿੱਚ ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚ ਜੇ ਕੋਈ ਨਾਮੀਨੇਟਡ ਮੈਂਬਰ ਹੋਵੇ, ਹੁਣ ਰਾਜ ਸਭਾ 'ਚ 12 ਨਾਮੀਨੇਟਡ ਹੁੰਦੇ ਆ, ਨਾਮਜ਼ਦ ਕੀਤੇ ਹੁੰਦੇ ਆ। ਇਸ ਵੇਲੇ ਉਹਨਾਂ 'ਚੋਂ ਸ਼ਾਇਦ ਇੱਕ ਦੀ ਸੀਟ ਖਾਲੀ ਆ ਅਤੇ ਬਾਕੀ ਭਰੀਆਂ ਨੇ। ਨਾਮਜ਼ਦ ਮੈਂਬਰ ਵੋਟ ਨਹੀਂ ਪਾ ਸਕਦੇ, ਚੁਣੇ ਹੋਏ ਮੈਂਬਰ ਵੋਟ ਪਾਉਣਗੇ। ਸੂਬਿਆਂ ਦੇ ਵਿੱਚ ਜਿੱਦਾਂ ਸਾਡੇ ਪੰਜਾਬ ਵਿੱਚ ਇਕੱਲੀ ਅਸੈਂਬਲੀ ਹੈ, ਵਿਧਾਨ ਸਭਾ। ਕੁਝ ਸੂਬਿਆਂ 'ਚ ਇੱਥੇ ਵੀ ਦੋਹਰਾ ਪ੍ਰਬੰਧ ਹੈ, ਇੱਕ ਵਿਧਾਨ ਸਭਾ ਅਤੇ ਇੱਕ ਵਿਧਾਨ ਪਰਿਸ਼ਦ ਹੈ। ਜਿਹੜੀ ਵਿਧਾਨ ਪਰਿਸ਼ਦ ਹੈ ਉਹਦੇ ਮੈਂਬਰ ਵੋਟ ਨਹੀਂ ਪਾਉਂਦੇ, ਇਹ ਜਿਹੜੇ ਵਿਧਾਨ ਸਭਾ ਵਾਲੇ ਉਹ ਪਾਉਣਗੇ। ਹੁਣ ਇਹ ਵੋਟ ਦਾ ਅੱਗੋਂ ਹਿਸਾਬ ਕੀ ਹੈ? ਇਹਨਾਂ ਦੀ ਹਰ ਇੱਕ ਦੀ ਵੋਟ ਦਾ ਮੁੱਲ ਵੱਖੋ ਵੱਖਰਾ। ਮਿਸਾਲ ਦੇ ਤੌਰ 'ਤੇ ਪਾਰਲੀਮੈਂਟ ਦੇ ਇੱਕ ਮੈਂਬਰ ਦੀ ਵੋਟ ਦਾ ਮੁੱਲ 708 ਹੈ। ਜਦੋਂ ਇੱਕ ਵੋਟ ਪਾਊਗਾ ਤਾਂ 708 ਬੰਦਿਆਂ ਦੀਆਂ ਵੋਟਾਂ ਪੈ ਗਈਆਂ। ਯੂਪੀ ਦੇ ਵਿੱਚ ਜਿਹੜਾ MLA ਹੈ ਉਹਦੀ ਵੋਟ ਦਾ ਮੁੱਲ 208 ਹੈ। ਝਾਰਖੰਡ ਅਤੇ ਤਾਮਿਲਨਾਡੂ ਦੇ ਵਿੱਚ ਵੋਟ ਦਾ ਮੁੱਲ 176 ਹੈ। ਮਹਾਰਾਸ਼ਟਰ ਦੇ ਵਿੱਚ ਵੋਟ ਦਾ ਮੁੱਲ 175 ਹੈ। ਸਾਡੇ ਪੰਜਾਬ ਦੇ ਵਿੱਚ ਵੋਟ ਦਾ ਮੁੱਲ 116 ਹੈ। ਛੋਟੀਆਂ ਸਟੇਟਸ ਨੇ, ਜਿਹੜਾ ਸਿੱਕਮ ਹੈ ਉਹਦੀ ਵੋਟ ਦਾ ਮੁੱਲ 7 ਹੈ। ਅਰੁਣਾਚਲ ਪ੍ਰਦੇਸ਼ ਅਤੇ ਮਿਜ਼ੋਰਮ ਹੈ, ਉਹਨਾਂ ਦੀ ਵੋਟ ਇੱਕ MLA ਦੀ ਵੋਟ ਦਾ ਮਤਲਬ 8 ਹੈ। ਜਦੋਂ ਉਹ ਵੋਟ ਪਾਵੇ ਤੇ ਸਮਝ ਲਓ 8 ਬੰਦਿਆਂ ਵੋਟ ਪਾਤੀ ਜੀ। ਨਾਗਾਲੈਂਡ ਦੇ ਵਿੱਚ 9 ਹੈ। ਹੁਣ ਕੋਈ ਵੀ ਪੁੱਛੇਗਾ ਕਿ ਵੋਟ ਵੱਧ ਘੱਟ ਨੰਬਰ ਕਿੱਦਾਂ ਬਣਦੇ ਆ? ਬਿਲਕੁਲ, ਇਹ ਇੱਕ ਸਿਸਟਮ ਹੈ। ਦੇਸ਼ ਦੇ ਜਿੰਨੇ ਨਾਗਰਿਕ ਹੈ ਉਹਨਾਂ ਨੂੰ ਹਾਊਸ ਦੀਆਂ ਕੁੱਲ ਸੀਟਾਂ, ਕੁੱਲ ਮੈਂਬਰ ਜਿੰਨੇ ਆ ਚੁਣੇ ਹੋਏ ਮੈਂਬਰ, ਉਹਨਾਂ ਨਾਲ ਤਕਸੀਮ ਕਰੀਦੀ ਹੈ, ਡਿਵਾਈਡ ਕਰੀਦਾ। ਇਹ ਜਿਹੜੀ ਪਾਪੂਲੇਸ਼ਨ ਹੈ, ਆਬਾਦੀ ਹੈ, ਉਹਦੀ ਗਿਣਤੀ ਹੋਣ ਵਾਲੇ ਨਹੀਂ ਲੈਂਦੇ। ਅਜੇ ਤੱਕ 1971 ਵਾਲੇ ਲੈ ਰਹੇ ਆ, 2026 ਤੋਂ ਬਾਅਦ ਫਿਰ ਬਦਲਣਗੇ। ਉਸ 1971 ਵਾਲੀ ਆਬਾਦੀ ਨੂੰ ਪਾਰਲੀਮੈਂਟ ਦੇ ਲੋਕ ਸਭਾ ਅਤੇ ਰਾਜ ਸਭਾ ਦੇ ਜਿੰਨੇ ਚੁਣੇ ਹੋਏ ਮੈਂਬਰ ਆ ਉਹਨਾਂ ਸਾਰਿਆਂ ਦੇ ਨਾਲ ਜਦੋਂ ਡਿਵਾਈਡ ਕੀਤਾ ਤੇ ਉਹ ਆਉਂਦਾ 708 ਤੇ ਨਾਲ ਕੁਝ ਹੋਰ ਨੇ। ਅਸਲ 'ਚ 7 ਲੱਖ ਤੇ 8,000 ਇਹ ਤੋਂ ਕੁਛ ਉੱਪਰ ਹੈ ਜੀ। ਪੰਜਾਬ ਦੇ ਵਿੱਚ ਆਉਂਦਾ 1,16,000 ਕੁਛ। ਇਹਦਾ ਸਿਸਟਮ ਹੁੰਦਾ ਵੀ ਜੇ 1,16,445 ਹੋ ਗਿਆ ਤੇ 1000 ਜਿੰਨੇ ਉਹ ਕੱਟ ਦੇਣੇ ਉੱਪਰਲੇ 116, 1,16,000 ਦੇ ਵਿੱਚੋਂ 116 ਗਿਣਨੇ ਨੇ। ਜੇ 1,16,451 ਹੋ ਗਿਆ, 501 ਹੋ ਗਿਆ, ਜੇ 500 ਤੋਂ ਟੱਪ ਜਾਵੇ ਤੇ ਫਿਰ ਇਹ 117 ਬਣ ਜਾਣੇ, ਯਾਨੀ 1,17,000 ਗਿਣਿਆ ਜਾਊਗਾ। ਇਸ ਹਿਸਾਬ ਨਾਲ ਇਸ ਸਿਸਟਮ ਦੇ ਵਿੱਚ ਵੋਟਾਂ ਦੀ ਕਦਰ ਗਿਣੀ ਜਾਂਦੀ ਹੈ।
ਪੰਜਾਬ ਦਾ MLA ਵੋਟ ਪਾਵੇ ਤੇ ਸਮਝਿਆ ਜਾਊ ਕਿ ਇਹਦੇ 116 ਬੰਦਿਆਂ ਨੇ ਵੋਟ ਪਾਤੀ, ਯੂਪੀ ਵਾਲਾ ਪਾਊ ਤੇ 208 ਨੇ ਪਾਤੀ। ਉਹ ਫਿਰ ਸਾਰੀ ਗਿਣਤੀ ਕਿਸੇ ਸੂਬੇ 'ਚ ਬੰਦੇ ਵੋਟਾਂ ਪਾਉਣ ਵਾਲੇ ਵੱਧ ਆ ਪਰ ਵੋਟ ਦੀ ਕਦਰ ਘੱਟ ਹੈ, ਕਿਸੇ ਥਾਂ ਦੇ ਉੱਤੇ ਵੋਟਾਂ ਪਾਉਣ ਵਾਲੇ ਘੱਟ ਹੈ ਤੇ ਵੋਟ ਦੀ ਕਦਰ ਵੱਧ ਹੈ। ਛੋਟੇ ਸੂਬਿਆਂ ਦੇ ਵਿੱਚ ਕੁਝ ਸੂਬੇ ਇਹੋ ਜਿਹੇ ਆ ਜਿਨ੍ਹਾਂ ਦੀ ਆਬਾਦੀ ਸਾਡੇ ਲੁਧਿਆਣੇ ਜ਼ਿਲ੍ਹੇ ਜਿੰਨੀ ਹੈ, ਪਰ ਉੱਥੇ 40 ਦੀ ਜਾਂ 60 ਦੀ ਅਸੈਂਬਲੀ ਹੈ। ਉਹਨਾਂ ਨੂੰ ਉਹਦੇ ਨਾਲ ਗਿਣ ਲਓ ਤੇ ਉਹ ਸਾਡੇ ਬਰਾਬਰ ਨਹੀਂ ਨਾ ਆ ਸਕਦੇ, ਉਹ ਫਰਕ ਪੈ ਜਾਂਦਾ। ਇਹ ਸਾਰੇ ਨੂੰ ਗਿਣ ਗਿਣਾ ਕੇ ਫਿਰ ਪਾਰਲੀਮੈਂਟ ਦੀ ਚੋਣ ਹੁੰਦੀ ਹੈ। ਉਸ ਚੋਣ ਤੋਂ ਬਾਅਦ ਇਹ ਵੀ ਪ੍ਰਕਿਰਿਆ ਕਿ ਜਿੱਦਣ ਸਹੁੰ ਚੁੱਕਣ ਜਾਣਾ, ਨਵਾਂ ਰਾਸ਼ਟਰਪਤੀ ਸਵੇਰੇ ਉੱਥੇ ਪਾਰਲੀਮੈਂਟ ਉੱਥੇ ਰਾਸ਼ਟਰਪਤੀ ਭਵਨ 'ਚ ਪਹੁੰਚ ਜਾਂਦਾ। ਉੱਥੋਂ ਮੌਜੂਦਾ ਰਾਸ਼ਟਰਪਤੀ ਤੇ ਨਵਾਂ ਰਾਸ਼ਟਰਪਤੀ ਦੋਵੇਂ ਜਣੇ ਇਕੱਠੇ ਆਉਂਦੇ ਨੇ। ਮੌਜੂਦਾ ਰਾਸ਼ਟਰਪਤੀ ਖੱਬੇ ਪਾਸੇ ਤੇ ਨਵਾਂ ਚੁਣਿਆ ਰਾਸ਼ਟਰਪਤੀ ਉਹਦੇ ਸੱਜੇ ਬੈਠਦਾ ਜੀ। ਉੱਥੇ ਜਦੋਂ ਪਹੁੰਚ ਜਾਂਦੇ ਸਹੁੰ ਚੁੱਕਣ ਲੱਗਦੇ ਆ, ਉੱਥੇ ਵੀ ਮੌਜੂਦਾ ਰਾਸ਼ਟਰਪਤੀ ਖੱਬੇ ਪਾਸੇ ਤੇ ਚੁਣਿਆ ਰਾਸ਼ਟਰਪਤੀ ਸੱਜੇ ਪਾਸੇ ਬੈਠਦਾ। ਪਰ ਜਦੋਂ ਚੁਣਿਆ ਰਾਸ਼ਟਰਪਤੀ ਸਹੁੰ ਚੁੱਕ ਲੈਂਦਾ ਫਿਰ ਦੋਵੇਂ ਜਣੇ ਕੁਰਸੀਆਂ ਵਟਾ ਲੈਂਦੇ। ਫਿਰ ਵਾਪਸੀ ਦੇ ਉੱਤੇ ਦੋਵੇਂ ਜਣੇ ਕਾਰ ਉਹੋ ਹੀ ਹੁੰਦੀ ਆ, ਸੀਟਾਂ ਬਦਲ ਲੈਂਦੇ ਆ। ਜਿਹੜਾ ਨਵਾਂ ਚੁਣਿਆ ਰਾਸ਼ਟਰਪਤੀ ਉਹ ਖੱਬੇ ਪਾਸੇ ਆ ਜਾਂਦਾ, ਜਿਹੜਾ ਹੁਣੇ ਹਟਿਆ ਉੱਥੋਂ ਉਹ ਸੱਜੇ ਪਾਸੇ ਰਾਸ਼ਟਰਪਤੀ ਭਵਨ ਜਾਂਦੇ ਆ। ਰਾਸ਼ਟਰਪਤੀ ਭਵਨ ਜਾ ਕੇ ਨਵਾਂ ਚੁਣਿਆ ਰਾਸ਼ਟਰਪਤੀ ਜਦੋਂ ਰਜਿਸਟਰ ਤੇ ਦਸਤਖਤ ਕਰਕੇ ਚਾਰਜ ਲੈ ਲੈਂਦਾ ਤੇ ਫਿਰ ਜਿਹੜਾ ਅਹੁਦੇ ਤੋਂ ਲੱਥਾ ਰਾਸ਼ਟਰਪਤੀ ਆ ਉਹ ਕਹਿੰਦਾ ਜੀ ਮੈਨੂੰ ਹੁਣ ਜਾਣ ਦੀ ਆਗਿਆ ਦਿੱਤੀ ਜਾਵੇ ਤੇ ਫਿਰ ਨਵਾਂ ਰਾਸ਼ਟਰਪਤੀ ਉਹਨੂੰ ਜਾਣ ਦੀ ਆਗਿਆ ਦਿੰਦਾ। ਇਹ ਬੜੇ ਪ੍ਰਕਿਰਿਆ ਸਾਡੀ ਆਪਣੇ ਆਪ ਦੇ ਵਿੱਚ ਦਿਲਚਸਪ ਵੀ ਹੈ ਤੇ ਹੁਣ ਤੱਕ ਬੜੇ ਸ਼ਾਂਤਮਈ ਢੰਗ ਨਾਲ ਚੱਲਦੀ ਰਹੀ ਹੈ। ਮੇਰਾ ਖਿਆਲ ਇਸ ਵਾਰੀ ਵੀ ਕੋਈ ਵਿਘਨ ਨਹੀਂ ਪੈਣ ਲੱਗਾ, ਸਾਰਾ ਕੁਝ ਠੀਕ ਠਾਕ ਰਹੇਗਾ। ਇੱਕੋ ਹੀ ਗੱਲ ਹੈ ਕਿ ਜਿੱਤੇਗਾ ਕੌਣ, ਅੰਦਾਜ਼ੇ ਮੋਟੇ ਇਹੋ ਨੇ ਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲਾ ਗੱਠਜੋੜ ਜਿਹਨੂੰ ਖੜਾ ਕਰੇਗਾ ਉਹ ਜਿੱਤੇਗਾ, ਕਿਉਂਕਿ ਸਾਰੇ ਦੇਸ਼ ਦੇ ਵਿੱਚ ਵੋਟਾਂ ਕਾਫੀ ਜ਼ਿਆਦੀਆਂ ਇਹਨਾਂ ਕੋਲ ਨੇ। ਪੰਜ ਸਾਹਿਬ ਜਦੋਂ 8ਵੀਂ 9ਵੀਂ ਚੁਣਦੇ ਸੀ ਨਾ, ਮਾਸਟਰ ਕਹਿੰਦੇ ਹੁੰਦੇ ਸੀ ਕਿ ਆ ਪੜ੍ਹ ਲਓ ਇੱਦਾਂ ਹੀ। ਇਹ ਪ੍ਰਕਿਰਿਆ ਬਹੁਤੀ ਬੱਚਿਆਂ ਨੂੰ ਤਾਂ ਸਮਝ ਨਹੀਂ ਆਉਂਦੀ ਸੀ, ਪਰ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਸਾਰੀ ਪ੍ਰਕਿਰਿਆ ਸਮਝਾਈ ਹੈ ਮੈਨੂੰ। ਨਾ ਮੇਰੇ ਵਰਗਾ ਵੀ ਜਦ 60 ਤੋਂ ਉੱਪਰ ਹੋ ਜਾਂਦਾ ਨਾ, ਬੁੜੇ ਨੂੰ ਬੱਚਿਆਂ ਵਰਗੇ ਗਣਾਈਦਾ, ਤੁਸੀਂ ਸਮਝ ਲਓ ਕਿ ਮੈਂ ਬੱਚਿਆਂ ਵਰਗਾ ਹੀ ਹਾਂ ਜਿਹਨੇ ਥੋੜ੍ਹਾ ਜਿਹਾ ਪੜ੍ਹਨ ਦੀ ਕੋਸ਼ਿਸ਼ ਕੀਤੀ ਹੈ। ਨਹੀਂ, ਵਧੀਆ ਤਰੀਕੇ ਨਾਲ ਪੰਜ ਸਾਹਿਬ ਸਮਝਾਇਆ। ਉਹ ਤੋਂ ਪੰਜ ਸਾਹਿਬ ਕੁਤਬ ਮੀਨਾਰ ਦੀ ਆਪਾਂ ਗੱਲ ਜ਼ਰੂਰ ਕਰਨੀ ਹੈ, ਕਿਉਂਕਿ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮੁਸਲਮਾਨਾਂ ਨੇ ਨਹੀਂ ਬਣਾਈ, 300 ਸਾਲ ਅੱਗੇ ਪਹਿਲੇ ਬਣਾ ਦਿੱਤੀ ਗਈ ਸੀਗੀ। ਬਹੁਤ ਸਾਰੇ ਧਾਰਮਿਕ ਸਥਾਨ ਹੈ ਉਹਨਾਂ ਨੂੰ ਲੈ ਕੇ ਹੁਣ ਦਾਅਵਾ ਕੀਤਾ ਜਾ ਰਿਹਾ ਹੈ ਇੱਥੇ ਜੀ ਹੋਰ ਧਾਰਮਿਕ ਸਥਾਨ ਸੀਗਾ। ਇਹ ਜਿਹੜੀਆਂ ਗੱਲਾਂ ਬਾਰ-ਬਾਰ ਉੱਠ ਰਹੀਆਂ ਨੇ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹਦੇ ਪਿੱਛੇ ਇੱਕ ਮੂਰਖਾਂ ਵਾਲੀ ਮਾਨਸਿਕਤਾ ਵੀ ਹੈ। ਕੁਝ ਲੋਕ ਮੁਗਲ ਤੇ ਮੁਸਲਮਾਨ ਦੋਵਾਂ ਨੂੰ ਇੱਕੋ ਕਰ ਦਿੰਦੇ ਆ। ਮੁਗਲ ਜਿਹੜਾ ਉਹ ਮੁਸਲਮਾਨ ਹੀ ਹੁੰਦਾ, ਪਰ ਹਰ ਕੋਈ ਮੁਸਲਮਾਨ ਮੁਗਲ ਨਹੀਂ ਹੁੰਦਾ। ਸਾਡੇ ਇੱਥੇ ਸਿੱਖ ਮਾਨਸਿਕਤਾ ਚੈੱਕ ਆ, ਤੁਰਕ ਨਾਲ ਯੁੱਧ ਕਰਨਾ, ਤੁਰਕਣੀ ਨਾਲ ਯੁੱਧ ਕਰਨਾ, ਤੁਰਕ ਦੇ ਖਿਲਾਫ ਆ ਕਰਨਾ। ਸਾਡੇ ਕੋਲ ਬਹੁਤ ਸਾਰੇ ਲੋਕ ਨੇ ਜਿਹੜੇ ਤੁਰਕ ਦਾ ਮਤਲਬ ਮੁਸਲਮਾਨ ਸਮਝਦੇ ਆ, ਪਰ ਹਰ ਮੁਸਲਮਾਨ ਤੁਰਕ ਨਹੀਂ ਹੁੰਦਾ ਜੀ। ਕੁਤਬ ਮੀਨਾਰ ਬਾਰੇ ਅੱਜ ਇੱਕ ਖਬਰ ਆਈ ਹੈ ਕਿ ਇਤਿਹਾਸਕਾਰਾਂ ਨੇ ਆਖਿਆ ਕਿ ਮੁਗਲਾਂ ਨੇ ਨਹੀਂ ਸੀ ਬਣਾਇਆ, ਇਹ 300 ਸਾਲ ਪਹਿਲਾਂ ਬਣ ਗਿਆ ਸੀ। ਇਹ ਗੱਲ ਠੀਕ ਹੈ। ਉਹਨੂੰ ਕੁਝ ਅਖਬਾਰਾਂ ਨੇ ਬੜੀ ਤੇਜ਼ੀ ਨਾਲ ਚੁੱਕਿਆ, ਲਓ ਜੀ ਮੁਸਲਮਾਨਾਂ ਨੇ ਨਹੀਂ ਬਣਾਇਆ। ਜਿਨ੍ਹਾਂ ਨੇ ਇਹ ਗੱਲ ਬੜੀ ਤੇਜ਼ੀ ਨਾਲ ਚੁੱਕੀ ਕਿ ਮੁਸਲਮਾਨਾਂ ਨੇ ਨਹੀਂ ਬਣਾਇਆ, ਉਹਨਾਂ ਨੂੰ ਸਿਰ 'ਚ ਠੰਡਾ ਪਾਣੀ ਪਾ ਕੇ ਸੋਚਣਾ ਚਾਹੀਦਾ। ਇਤਿਹਾਸਕਾਰਾਂ ਨੇ ਇਹ ਆਖਿਆ ਕਿ ਮੁਗਲਾਂ ਨੇ ਨਹੀਂ ਬਣਾਇਆ, ਇਹ ਬਿਲਕੁਲ ਨਹੀਂ ਆਖਿਆ ਕਿ ਮੁਸਲਮਾਨਾਂ ਨੇ ਨਹੀਂ ਬਣਾਇਆ। 300 ਸਾਲ ਪਹਿਲਾਂ ਇੱਥੇ ਕੁਤਬਦੀਨ ਐਬਕ ਜਿਹੜਾ ਸੀ ਉਹ ਰਾਜ ਕਰਦਾ ਸੀ ਜੀ। ਮੁਗਲ ਆਏ ਆ ਬਾਬਰ ਦੇ ਨਾਲ। ਮੁਗਲ ਉਹ ਨੇ ਜਿਨ੍ਹਾਂ ਦੇ ਵੱਡੇ ਵਡੇਰੇ ਮੰਗੋਲੀਆ ਤੋਂ ਆਏ ਤੇ ਉਹ ਮੰਗੋਲ ਸਨ, ਮੰਗੋਲ ਤੋਂ ਮੋਗੋਲ ਬਣ ਗਏ, ਮੋਗੋਲ ਤੋਂ ਮੁਗਲ ਬਣ ਗਏ। ਇਹ ਸਾਰੇ ਆਪਣੇ ਆਪ ਨੂੰ ਚੰਗੇਜ਼ ਖਾਨ ਨੂੰ ਆਪਣਾ ਵਡੇਰਾ ਮੰਨ ਕੇ ਤੇ ਉੱਥੋਂ ਤੁਰਦੇ ਨੇ। ਬਾਬਰ ਨੂੰ ਉਹਨਾਂ ਚੁਗਣਾ ਜਾਂਦਾ, ਜਿਹੜਾ ਕਹਿੰਦੇ ਚਗੱਤਿਆਂ ਦੇ ਵੇਲੇ ਦਾ ਫਲਾਨਾ ਬੁੱਢਾ ਤਾਂ ਇੱਥੇ ਤੁਰਿਆ ਫਿਰਦਾ, ਚਗੱਤਿਆਂ ਦਾ ਰਾਜ ਹੁੰਦਾ ਸੀ। ਇਹ ਚਗੱਤੇ ਵੀ ਉਸ ਵੇਲੇ ਨਾਲ ਜੋੜਿਆ ਜਾਂਦਾ ਜਦੋਂ ਚੰਗੇਜ਼ ਖਾਨ ਸੀ। ਇਹ ਸਾਰੀਆਂ ਕਹਾਣੀਆਂ ਜਿਹੜੀਆਂ ਨੇ ਉਹਦੇ ਨਾਲ ਜੋੜੀਆਂ ਜਾਂਦੀਆਂ। ਜਦੋਂ ਬਾਬਰੀ ਮਸਜਿਦ ਟੱਠੀ ਸੀ, ਪਾਕਿਸਤਾਨ ਦੇ ਰਾਸ਼ਟਰਪਤੀ ਨੇ, ਉਹ ਵੀ ਅਕਲ ਦਾ ਅੰਨਾ ਸੀ, ਉਹਨੇ ਬਿਆਨ ਇਹ ਦੇ ਦਿੱਤਾ ਉਦੋਂ 1992 'ਚ, ਕਹਿੰਦਾ ਹਿੰਦੂਆਂ ਨੇ ਬਾਬਰੀ ਮਸਜਿਦ ਢਾਹ ਕੇ ਪਾਣੀਪਤ ਦੀ ਲੜਾਈ 'ਚ ਮੁਸਲਮਾਨਾਂ ਦੇ ਹੱਥੋਂ ਹਾਰ ਦਾ ਬਦਲਾ ਲਿਆ। ਉਹਨੂੰ ਬੇਵਕੂਫ ਨੂੰ ਪਤਾ ਹੀ ਨਹੀਂ ਕਿ ਜਿਹੜੀ ਪਾਣੀਪਤ ਦੀ ਲੜਾਈ ਦੀ ਗੱਲ ਉਹ ਕਰਦਾ, ਉਹਦੇ 'ਚ ਮੁਸਲਮਾਨ ਨਹੀਂ ਸੀ ਜਿੱਤੇ ਤੇ ਹਿੰਦੂ ਨਹੀਂ ਸੀ ਹਾਰੇ। ਦੋਵੇਂ ਪਾਸੇ ਮੁਸਲਮਾਨ ਲੜਦੇ ਸੀ। ਇੱਕ ਪਾਸੇ ਬਾਬਰ ਸੀ, ਦੂਸਰੇ ਪਾਸੇ ਇਬਰਾਹਿਮ ਲੋਧੀ, ਉਹ ਵੀ ਤੇ ਮੁਸਲਮਾਨ ਸੀ। ਜੀ।
ਅਸਲ ਗੱਲ ਇਹ ਆ ਕਿ ਉਹ ਸਿਰਫ ਮੁਸਲਮਾਨ ਸੀ, ਇਹ ਮੁਸਲਮਾਨਾਂ 'ਚ ਮੁਗਲ ਸੀ, ਉਹਨਾਂ ਦੀ ਲੜਾਈ ਸੀ। ਹੁਣ ਕੁਝ ਲੋਕ ਜਿਹੜੇ ਕਹਿੰਦੇ ਮੁਗਲਾਂ ਨਹੀਂ ਬਣਾਇਆ ਤੇ 300 ਸਾਲ ਪਹਿਲਾਂ ਬਣਿਆ, 300 ਸਾਲ ਪਹਿਲਾਂ ਦਾ ਮਤਲਬ ਕੁਤਬਦੀਨ ਐਬਕ ਨੇ ਬਣਾਇਆ, ਪਰ ਉਹ ਵੀ ਮੁਸਲਮਾਨ ਸੀ। ਗੱਲ ਫਿਰ ਉੱਥੇ ਆ ਜਾਂਦੀ ਹੈ, ਉਹਨੂੰ ਲੁਕਾਉਣ ਵਾਸਤੇ ਲਓ ਜੀ ਹੁਣ ਆ ਗਿਆ ਮੁਗਲਾਂ ਨਹੀਂ ਬਣਾਇਆ, ਇਹਦਾ ਮਤਲਬ ਇਹ ਫਿਰ ਸਾਡਾ ਹਿੰਦੁਸਤਾਨ ਹੈ। ਇਹ ਹਿੰਦੂਆਂ ਵਾਲਾ ਕੋਈ ਸਥਾਨ ਅਜੇ ਤੱਕ ਸਾਬਤ ਕਰਨ ਵਾਲੀ ਗੱਲ ਨਹੀਂ ਲੱਭੀ। ਉਹ ਜਿਹੜਾ ਗਿਆਨ ਦੇ ਗਲ 'ਚ ਰੱਸਾ ਹੁੰਦਾ ਜਦੋਂ ਮਰਜ਼ੀ ਪਾ ਕੇ ਧੋਈ ਫਿਰੋ, ਉਹ ਕਹਾਣੀ ਹੁੰਦੀ ਪਈ ਹੈ ਜਿਸ ਤੋਂ ਬਚਣ ਦੀ ਲੋੜ ਹੈ ਜੀ। ਪਰ ਸਾਹਿਬ ਇੱਕ ਇੰਟਰਪੋਲ ਨੇ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਵਿਦੇਸ਼ਾਂ ਵਿੱਚ ਬੈਠੇ ਕੁਝ ਕੁ ਗੈਂਗਸਟਰਾਂ ਦੇ ਖਿਲਾਫ। ਇਹ ਕਾਰਵਾਈ ਨੂੰ ਕਿਵੇਂ ਦੇਖਦੇ ਆ, ਕਿਉਂਕਿ ਸਰਕਾਰ ਹੁਣ ਸਖਤ ਨਜ਼ਰ ਆ ਰਹੀ ਹੈ। ਪੰਜਾਬ ਦੀ ਗੱਲ ਕਰੀਏ ਚਾਹੇ ਭਾਰਤ ਦੀ ਕਰੀਏ, ਕਾਨੂੰਨ ਵਿਵਸਥਾ ਨੂੰ ਲੈ ਕੇ ਬਹੁਤ ਸਵਾਲ ਵੀ ਚੁੱਕੇ ਜਾ ਰਹੇ ਨੇ। ਹੁਣ ਤਾਂ ਨਾਂ ਸਾਫ਼ ਹੀ ਆ ਗਿਆ, ਗੋਲਡੀ ਬਰਾੜ ਦਾ ਨਾਂ ਲੈਂਦੇ ਆ ਜੀ। ਸਿੱਧੂ ਮੂਸੇਵਾਲੇ ਦਾ ਕਤਲ ਹੋਇਆ, ਉਹਨੇ ਜ਼ਿੰਮੇਵਾਰੀ ਲਈ ਸੀ, ਇਸ ਕਰਕੇ ਸਾਰੇ ਅਖਬਾਰ ਕਹਿੰਦੇ ਆ ਕਿ ਗੋਲਡੀ ਬਰਾੜ ਦੇ ਖਿਲਾਫ ਇੰਟਰਪੋਲ ਦਾ ਇੱਕ ਨੋਟਿਸ ਜਾਰੀ ਹੋ ਗਿਆ, ਰੈੱਡ ਕਾਰਨਰ ਨੋਟਿਸ RCN, ਜਿਹਦਾ ਮਤਲਬ ਇਹ ਹੈ ਕਿ ਜਿੱਥੇ ਵੀ ਮਿਲੇ, ਜਿਹੜੇ ਦੇਸ਼ ਦੀ ਸਰਕਾਰ ਨੂੰ ਵੀ ਮਿਲੇ, ਉਹ ਭਾਰਤ ਨੂੰ ਸੌਂਪ ਦੇਵੇ। ਇੰਟਰਪੋਲ ਇੰਟਰਨੈਸ਼ਨਲ ਪੁਲਿਸ ਹੈ ਸਾਰੀ ਦੁਨੀਆ ਦੀ, ਪਰ ਇੱਥੇ ਵੀ ਗੱਲ ਉਹੋ ਹੀ ਆ, ਅੱਧੇ ਗਿਆਨ ਵਾਲੀ ਅੱਧੀ ਅਕਲ ਵਾਲੀ। ਇਹ ਲਿਖਣਾ ਸ਼ੁਰੂ ਕਰਤਾ ਜੀ ਸਿੱਧੂ ਮੂਸੇ ਵਾਲਾ ਕੇਸ 'ਚ ਹੋਇਆ। ਅਸਲ ਗੱਲ ਇਹ ਨਹੀਂ ਗੀ। ਇੱਕ ਕੇਸ ਪਿਛਲੇ ਸਾਲ ਦਾ ਫਰੀਦਕੋਟ ਦੇ ਲਾਗੇ ਇੱਕ ਪੈਟਰੋਲ ਪੰਪ ਦੇ ਉੱਤੇ ਘਟਨਾ ਵਾਪਰੀ ਸੀ, ਉਸ ਮਾਮਲੇ 'ਚ ਉਹਦਾ ਨਾਂ ਆਇਆ ਸੀ, ਉਹਦੇ 'ਚ ਅਦਾਲਤ ਨੇ ਉਹਦੇ ਵਾਰੰਟ ਦੇ ਦਿੱਤੇ। ਫਿਰ ਪਤਾ ਲੱਗਾ ਕਿ ਇੱਥੇ ਨਹੀਂ ਤੇ ਕੈਨੇਡਾ 'ਚ ਅਦਾਲਤ ਨੇ ਆਖਿਆ ਇਹਨਾਂ ਵਾਰੰਟਾਂ ਉੱਤੇ ਤੁਸੀਂ ਇੰਟਰਪੋਲ ਨੂੰ ਕਹਿ ਦਿਓ। ਇੰਟਰਪੋਲ ਨੂੰ ਚਲਾ ਗਿਆ ਨੋਟਿਸ ਜੀ। ਉਹ ਨੋਟਿਸ ਹੁਣ ਇੱਥੇ ਇਸ ਗੱਲ ਦੇ ਉੱਤੇ ਵੀ ਬਹਿਸ ਹੋਈ ਕਿ ਇਹ ਜੀ ਲੇਟ ਕਰ ਦਿੱਤਾ ਗਿਆ, ਜੇ ਇਹ ਵੇਲੇ ਸਿਰ ਹੁੰਦਾ ਤੇ ਸਿੱਧੂ ਮੂਸੇਵਾਲੇ ਦਾ ਕਤਲ ਨਹੀਂ ਸੀ ਹੋਣਾ, ਉਹ ਬਚ ਜਾਂਦਾ। ਇਹ ਵੀ ਕਹਾਣੀ ਗਲਤ ਹੈ। ਸਿੱਧੂ ਮੂਸੇਵਾਲੇ ਦੇ ਕਤਲ ਨਾਲ ਇਹਦਾ ਕੋਈ ਸੰਬੰਧ ਨਹੀਂ ਸੀ, ਇਹ ਨੋਟਿਸ ਵੱਖਰਾ ਸੀ। ਬਿਲਕੁਲ। ਹੁਣ ਸਿੱਧੂ ਮੂਸੇਵਾਲੇ ਦੇ ਕੇਸ ਵਿੱਚ ਇਹੋ ਜਿਹਾ ਨੋਟਿਸ 10 ਦਿਨਾਂ 'ਚ ਜਾਰੀ ਨਹੀਂ ਹੋ ਜਾਣਾ। ਇਹ ਕੇਸ ਜਾਵੇਗਾ ਅਦਾਲਤ ਵਿੱਚ, ਅਦਾਲਤ ਵਿੱਚ ਦੋਸ਼ੀਆਂ ਦੇ ਨਾਂ ਆਉਣਗੇ, ਉਹਨਾਂ 'ਚ ਹੋ ਸਕਦਾ ਉਹਦਾ ਨਾਂ ਆ ਜਾਏ, ਹੋ ਸਕਦਾ ਉਹਦਾ ਨਾਂ ਨਾ ਹੀ ਆਵੇ। ਜਿਹਦਾ ਨਾਂ ਆ ਗਿਆ ਤੇ ਕੱਲ੍ਹ ਨੂੰ ਅਦਾਲਤ ਵਾਰੰਟ ਜਾਰੀ ਕਰੇ ਤੇ ਇੱਕ ਰੈੱਡ ਕਾਰਨਰ ਨੋਟਿਸ ਉਹਦੇ ਬਾਰੇ ਹੋਰ ਜਾਰੀ ਹੋ ਜਾਊ। ਪਰ ਉਹ ਪੁਰਾਣਾ ਕੇਸ ਹੈ ਜਿਹਦੇ ਨਾਲ ਜੁੜਿਆ ਵਾ, ਉਹਦਾ ਹੁਣ ਵਾਲੇ ਕੇਸ ਨਾਲ ਬਿਲਕੁਲ ਕੋਈ ਸੰਬੰਧ ਨਹੀਂ। ਇਹ ਕਹਾਣੀਆਂ ਪਈਆਂ। ਹਾਂ, ਇੱਕ ਗੱਲ ਦਾ ਫਰਕ ਹੈ ਕਿ ਜਿਹੜੇ ਪੰਜਾਬ ਪੁਲਿਸ ਵਾਲੇ ਉਹ ਕਹਿੰਦੇ ਅਸੀਂ ਫਲਾਣੀ ਤਰੀਕ ਨੂੰ CBI ਨੂੰ ਲਿਖਿਆ ਰੈੱਡ ਕਾਰਨਰ ਨੋਟਿਸ ਜਾਰੀ ਕਰ ਦਿਓ। CBI ਕਹਿੰਦੀ ਜੀ ਉਦੋਂ ਸਾਨੂੰ ਚਿੱਠੀ ਨਹੀਂ ਮਿਲੀ, ਸਾਨੂੰ ਇੰਨੇ ਦਿਨ ਲੰਘਾ ਕੇ ਮਿਲੀ ਆ। ਇਹ ਕਦੇ ਪਹਿਲਾ ਕੇਸ ਥੋੜ੍ਹਾ ਜਿੱਥੇ ਇੱਦਾਂ ਹੋਇਆ। ਸਾਡੇ ਕੋਲ ਤਾਂ ਬਹੁਤ ਇਹੋ ਜਿਹੇ ਕੇਸ ਹੈ ਜਿੱਥੇ ਚਿੱਠੀਆਂ 10-10 ਦਿਨ ਦਫ਼ਤਰਾਂ 'ਚ ਰੁਲਦੀਆਂ ਰਹਿੰਦੀਆਂ ਜੀ। ਇੱਕ ਬੰਦੇ ਨੇ ਮੁੱਖ ਮੰਤਰੀ ਬਿਆਨ ਸਿੰਘ ਦੇ ਵਕਤ ਸ਼ਿਕਾਇਤ ਕਰ ਦਿੱਤੀ ਸੀ ਕਿ ਰੋਪੜ ਦੇ ਫਲਾਣੇ ਸਕੂਲ ਦੇ ਵਿੱਚ ਬੋਰਡ ਦੇ ਉੱਤੇ ਲਿਖ ਕੇ ਇੱਕ ਟੀਚਰ ਸਾਰੇ ਬੱਚਿਆਂ ਨੂੰ ਨਕਲ ਕਰਵਾ ਰਿਹਾ ਤੇ ਸਾਰੇ ਬੱਚੇ ਕਰ ਰਹੇ ਨੇ। ਉਹਨੇ ਉਦੋਂ ਫੈਕਸ ਚੱਲਦੀ ਹੁੰਦੀ ਸੀ, ਹੁਣ ਤਾਂ ਫੈਕਸ ਬੰਦ ਹੋ ਗਈ, ਅੱਜ ਕੋਲ ਉਹਦੀ ਲੋੜ ਨਹੀਂ ਪੈਂਦੀ। ਉਹਨੇ ਫੈਕਸ 'ਤੇ ਮੈਸੇਜ ਭੇਜਿਆ, ਅੱਗੋਂ ਉਹਨਾਂ ਦੇ ਪ੍ਰਿੰਸੀਪਲ ਸੈਕਟਰੀ ਨੇ ਪੜ੍ਹ ਕੇ ਚੀਫ ਸੈਕਟਰੀ ਨੂੰ ਆਖਿਆ, ਇੱਕ ਦਿਨ ਉੱਥੇ ਲੱਗ ਗਿਆ। ਚੀਫ ਸੈਕਟਰੀ ਨੇ ਉੱਥੋਂ ਰੋਪੜ ਦੇ ਡਿਪਟੀ ਕਮਿਸ਼ਨਰ ਨੂੰ ਆਖਿਆ, ਇੱਕ ਦਿਨ ਉੱਤੇ ਲੱਗ ਗਿਆ। ਡਿਪਟੀ ਕਮਿਸ਼ਨਰ ਨੇ SDM ਨੂੰ ਆਖਿਆ, ਇੱਕ ਦਿਨ ਉੱਤੇ ਲੱਗ ਗਿਆ। ਉਹਨੇ ਅੱਗੋਂ ਤਹਿਸੀਲਦਾਰ ਨੂੰ ਆਖਿਆ, ਵਿੱਚ ਵੀਕਐਂਡ ਆ ਗਿਆ, 3 ਦਿਨ ਉੱਥੇ ਲੱਗ ਗਏ। ਤਹਿਸੀਲਦਾਰ ਨੇ ਆਪਣੇ ਕਾਨੂੰਗੋ ਨੂੰ ਆਖਿਆ, ਇੱਕ ਦਿਨ ਉੱਤੇ ਲੱਗ ਗਿਆ। ਕਾਨੂੰਗੋ ਨੇ ਪਟਵਾਰੀ ਨੂੰ ਆਖਿਆ, ਪਟਵਾਰੀ ਨੇ ਅੱਗੋਂ ਜਾ ਕੇ ਪਿੰਡ ਦੇ ਸਰਪੰਚ ਤੇ ਲੰਬੜਦਾਰ ਦੋਵਾਂ ਦੇ ਦਸਤਖਤ ਕਰਵਾ ਕੇ ਤੇ ਰਿਪੋਰਟ ਭੇਜ ਦਿੱਤੀ ਕਿ ਇਹ ਜਿਹੜੇ ਇਮਤਿਹਾਨ ਬਾਰੇ ਇਹ ਰਿਪੋਰਟ ਮੰਗੀ ਗਈ ਆ ਉਹ ਕੱਲ੍ਹ ਖਤਮ ਹੋ ਚੁੱਕਾ ਤੇ ਮੇਰੇ ਕੋਲ ਚਿੱਠੀ ਅੱਜ ਆਈ ਆ, ਇਸ ਕਰਕੇ ਇਹਦੀ ਪੜਤਾਲ ਨਹੀਂ ਕੀਤੀ ਜਾ ਸਕਦੀ, ਰਿਪੋਰਟ ਹਾਜ਼ਰ ਹੈ ਜੀ। ਤੇ ਰਿਪੋਰਟ ਘੁੰਮਦੀ 15 ਦਿਨਾਂ ਬਾਅਦ ਮੁੱਖ ਮੰਤਰੀ ਦਫ਼ਤਰ ਤੱਕ ਚਲੀ ਗਈ। ਤੇ ਨਕਲ ਮਾਰਨ ਵਾਲੇ ਉੱਥੇ ਥੋੜ੍ਹਾ ਵੱਜਣੇ ਹੈ, ਸੱਪ ਲੰਘ ਗਿਆ ਲਕੀਰ ਤੇ ਛੋਟੇ ਕੌਣ ਮਾਰੂਗਾ। ਬਿਲਕੁਲ। ਇੱਥੇ ਵੀ ਇਹ ਹੈ ਕਿ ਪੰਜਾਬ ਪੁਲਿਸ ਨੇ ਇੱਕ ਚਿੱਠੀ ਭੇਜੀ ਸੀ, CBI ਕੋਲ ਕਈ ਦਿਨ ਬਾਅਦ ਪਹੁੰਚੀ। ਪਰ ਜੇ ਪਹਿਲਾਂ ਪਹੁੰਚ ਵੀ ਜਾਂਦੀ, CBI ਵੱਧ ਤੋਂ ਵੱਧ ਕੀ ਕਰਦੀ, ਰੈੱਡ ਕਾਰਨਰ ਨੋਟਿਸ ਜਾਰੀ ਕਰਦੀ ਨਾ, ਬੰਦਾ ਥੋੜ੍ਹਾ ਪੜ੍ਹ ਕੇ ਲਿਆ ਸਕਦੀ ਉਸ ਵੇਲੇ ਜੀ। ਬੰਦਾ ਤੇ ਰੈੱਡ ਕਾਰਨਰ ਨੋਟਿਸ ਤੋਂ ਬਾਅਦ ਵੀ ਕਈ ਵਾਰੀ ਕਈ ਸਾਲ ਨਹੀਂ ਲੱਭਦਾ, ਕਈ ਮਹੀਨੇ ਕਈ ਹਫ਼ਤੇ ਨਹੀਂ ਲੱਭਦਾ। ਤੇ ਫਿਰ ਇਹ ਆਖਣਾ ਕਿ ਇੱਕ ਨੋਟਿਸ ਜਾਰੀ ਹੋ ਜਾਂਦਾ ਤੇ ਸਿੱਧੂ ਮੂਸੇਵਾਲਾ ਬਚ ਜਾਣਾ ਸੀ, ਐਵੇਂ ਆਪਣੇ ਤੌਰ ਤੇ ਇਸ ਤਰ੍ਹਾਂ ਦੇ ਅੰਦਾਜ਼ੇ ਨਹੀਂ ਲਾਉਣੇ ਚਾਹੀਦੇ। ਸਿੱਧੂ ਮੂਸੇਵਾਲੇ ਦਾ ਕਤਲ ਇੱਕ ਬੜੀ ਦੁਖਦਾਈ ਘਟਨਾ ਸੀ, ਉਹਦਾ ਦੁੱਖ ਹੋ ਰਿਹਾ। ਉਹਦੇ ਪਿਤਾ ਜੀ ਨੇ ਵੀ ਇਹ ਗੱਲ ਆਖੀ ਆ ਬਲਕੌਰ ਸਿੰਘ ਨੂੰ ਕਿ ਮੇਰੇ ਪੁੱਤਰ ਦੇ ਕੇਸ ਨੂੰ ਲੈ ਕੇ ਹਰ ਕੋਈ ਆਪਣੀਆਂ ਅਟਕਲ ਪੱਚੂ ਗੱਲਾਂ ਨਾ ਚਲਾਓ। ਆਹ ਜਿਹੜੀਆਂ ਇਦਾਂ ਦੀਆਂ ਗੱਲਾਂ ਨੇ ਇਹ ਵੀ ਅਟਕਲ ਪੱਚੂ, ਇਹਨਾਂ ਨੂੰ ਛੱਡ ਕੇ ਕੋਈ ਹਕੀਕੀ ਗੱਲਾਂ ਕਰਨੀਆਂ ਚਾਹੀਦੀਆਂ। ਪਰ ਸਾਹਿਬ ਅਗਲੀ ਗੱਲ ਕਰਦੇ ਹਾਂ, ਅਮਰੀਕਾ ਵਿੱਚ ਹਥਿਆਰਾਂ ਨੂੰ ਲੈ ਕੇ ਸਖਤੀ ਕਰਨ ਦੀ ਗੱਲ ਹਮੇਸ਼ਾ ਹੀ ਕਹੀ ਜਾਂਦੀ ਹੈ। ਅੱਜ ਵੀ ਗੋਲੀਬਾਰੀ ਹੋਈ ਤੇ 3 ਮੌਤਾਂ ਹੋ ਗਈਆਂ। ਹੇਠਲੇ ਸਦਨ ਨੇ ਇੱਕ ਬਿੱਲ ਪੇਸ਼ ਕੀਤਾ। ਇਹ ਬਿੱਲ ਕੀ ਹੈ? ਕੁਝ ਦਿਨ ਪਹਿਲਾਂ ਨਿਊਯਾਰਕ ਨੇ ਵੀ ਕਿਹਾ ਸੀਗਾ ਕਿ 21 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਹਥਿਆਰ ਨਹੀਂ ਦੇਣੇ।
ਨਿਊਯਾਰਕ ਦੇ ਗਵਰਨਰ ਨੇ ਠੀਕ ਆਖਿਆ ਸੀ। ਹੁਣ ਜੀ। ਇਹ ਜਿਹੜਾ ਬਿੱਲ ਪੇਸ਼ ਹੋਇਆ, ਅਮਰੀਕਾ ਦੀ ਪਾਰਲੀਮੈਂਟ ਦੇ ਦੋ ਹਾਊਸ ਨੇ, ਇੱਕ ਹਾਊਸ ਆਫ ਰਿਪਰੈਜ਼ੈਂਟੇਟਿਵਸ ਜਿਹੜਾ ਲੋਕਾਂ ਦਾ ਚੁਣਿਆ ਹੋਇਆ ਪ੍ਰਤੀਨਿਧ ਸਦਨ ਹੈ, ਜਿੱਦਾਂ ਸਾਡੀ ਲੋਕ ਸਭਾ ਹੁੰਦੀ ਹੈ, ਦੂਸਰੀ ਉਹਨਾਂ ਦੀ ਸੈਨੇਟ ਹੈ, ਜਿੱਦਾਂ ਸਾਡੀ ਰਾਜ ਸਭਾ ਹੁੰਦੀ ਹੈ। ਇਹ ਹੇਠਲੇ ਹਾਊਸ ਦੇ ਵਿੱਚ ਲੋਕ ਸਭਾ ਕਹਿ ਲਓ ਉਹਨੂੰ, ਉਹਦੇ ਵਿੱਚ ਇਹ ਬਿੱਲ ਪੇਸ਼ ਹੋ ਗਿਆ ਤੇ ਬੁੱਧਵਾਰ ਪਾਸ ਹੋ ਗਿਆ। ਉਹਦੇ ਵਿੱਚ ਇਹ ਆਖਿਆ ਗਿਆ ਕਿ 21 ਸਾਲ ਤੋਂ ਘੱਟ ਉਮਰ ਵਾਲਿਆਂ ਨੂੰ ਹਥਿਆਰ ਨਾ ਖਰੀਦਣ ਦਿਓ, ਨਹੀਂ ਖਰੀਦਣ ਦੇਣਗੇ। ਤੇ ਜੇ ਵੱਡੀ ਉਮਰ ਵਾਲੇ ਕਿਸੇ ਨੇ ਘਰ 'ਚ ਲਿਆ ਕੇ ਰੱਖੇ, ਉਹ ਆਪ ਕੰਮ ਤੇ ਚਲਾ ਗਿਆ, ਮਗਰੋਂ ਮੁੰਡੇ ਨੇ ਉਹ ਹਥਿਆਰ ਵਰਤ ਲਿਆ। ਮੁਆਫ ਕਰਨਾ, ਅੱਗੇ ਜਿਹੜੀ ਉਹ ਸਕੂਲ ਵਾਲੀ ਘਟਨਾ ਵਾਪਰੀ ਸੀ ਜੀ, 21 ਜਣੇ ਮਾਰੇ ਗਏ ਸੀ, ਉਹਨਾਂ 'ਚ 18 ਬੱਚੇ ਸੀ। ਮੈਂ ਉਹਦੇ 'ਚ ਇੱਕ ਦਿਨ ਆਖਿਆ ਸੀ ਕਿ ਉਹ ਮੁੰਡਾ ਆਪਣੇ ਘਰ ਆਪਣੀ ਦਾਦੀ ਦਾ ਕਤਲ ਕਰਕੇ ਤੁਰਿਆ ਸੀ। ਸਾਡੇ ਇੱਕ ਲਿਸਨਰ ਨੇ, ਸਾਡੇ ਇੱਕ ਦਰਸ਼ਕ ਨੇ ਉਹਦੇ ਉੱਤੇ ਟਿੱਪਣੀ ਕੀਤੀ। ਉਹਨੇ ਦੱਸਿਆ, ਕਹਿੰਦਾ ਦਾਦੀ ਨੂੰ ਗੋਲੀ ਮਾਰੀ, ਦਾਦੀ ਮਰੀ ਨਹੀਂ ਅਜੇ, ਦਾਦੀ ਬਚ ਗਈ। ਉਹਦੇ ਦੱਸਣ ਉੱਤੇ ਮੈਂ ਉਸ ਲਿਸਨਰ ਦਾ ਵੀ ਧੰਨਵਾਦੀ ਹਾਂ ਕਿ ਉਹਨੇ ਸਾਨੂੰ ਕਰੈਕਟ ਕੀਤਾ। ਸਾਡੇ ਕੋਲ ਰਿਪੋਰਟ ਉਹੀ ਆਈ ਸੀ ਜੋ ਮੈਂ ਆਖਿਆ ਸੀ, ਉਹਨੇ ਸਾਨੂੰ ਠੀਕ ਕੀਤਾ। ਅਸੀਂ ਇਹ ਵੀ ਸੁੱਖ ਮੰਗਾਂਗੇ ਕਿ ਉਹ ਬਜ਼ੁਰਗ ਮਾਈ ਵਿਚਾਰੀ ਬਚੀ ਰਹੇ, ਪਰ ਉਹਨੇ ਮੁੰਡੇ ਨੇ ਜੋ ਕੁਝ ਕੀਤਾ ਸੀ। ਹੁਣ ਇੱਦਾਂ ਦੀਆਂ ਘਟਨਾਵਾਂ ਇੱਥੇ ਵੀ ਆ। ਸਾਡੇ ਆ 3 ਦਿਨ ਪਹਿਲਾਂ ਲੁਧਿਆਣੇ 'ਚ ਇੱਕ ਮੁੰਡੇ ਨੇ ਐਕਸੀਡੈਂਟ ਕਰਤਾ, ਪੁਲਿਸ ਵਾਲਿਆਂ ਨੇ ਫੜਿਆ, ਉਹਦਾ ਵੀ ਚਲਾਨ ਕੀਤਾ, ਉਹਦੇ ਪਿਓ ਦਾ ਨਾਲ ਕੀਤਾ ਕਿ ਮੁੰਡਾ ਅਜੇ 14 ਸਾਲ ਤੋਂ ਛੋਟੀ ਉਮਰ ਦਾ, ਤੇ ਇਹਨੂੰ ਤੂੰ ਕਾਰ ਦੇ ਕੇ ਭੇਜਿਆ ਕਿਉਂ? ਬਿਲਕੁਲ। ਲੋਕਾਂ ਨੂੰ ਮਾਰਨ ਵਾਸਤੇ ਭੇਜਿਆ ਕਿ ਇਹਨੂੰ ਆਪ ਮਰਨ ਵਾਸਤੇ ਭੇਜਿਆ? ਔਰ ਨਾਲ ਹਦਾਇਤ ਜਾਰੀ ਕਰਤੀ ਹੈ ਸਾਰੇ ਜ਼ਿਲ੍ਹਿਆਂ 'ਚ ਕਿ ਜਿੱਥੇ ਛੋਟੀ ਉਮਰ ਦਾ ਕੋਈ ਇਸ ਤਰ੍ਹਾਂ ਵਹੀਕਲ ਲੈ ਕੇ ਤੁਰਦਾ, ਕੋਈ ਕਾਰ ਜੀਪ ਕੋਈ ਮੋਟਰਸਾਈਕਲ ਲੈ ਕੇ ਤੁਰਦਾ, ਅਜੇ ਕੋਈ ਲਾਇਸੈਂਸ ਨਹੀਂ, ਲਾਇਸੈਂਸ ਦੀ ਉਮਰ ਨਹੀਂ, ਉਹਦੇ ਬਾਪ ਜਾਂ ਘਰ ਦੇ ਜਿਹੜੇ ਜੀਅ ਦੀ ਉਹਦੇ ਉਹ ਕਾਰ ਦਾ ਰਜਿਸਟ੍ਰੇਸ਼ਨ ਹੈ, ਉਹ ਤੋਂ ਹੀ ਪਰਚਾ ਦਰਜ ਕਰ ਦਿਓ। ਹੁਣ ਅਮਰੀਕਾ 'ਚ ਵੀ ਜਾਂ ਤਾਂ ਇਹ ਕਰਨਾ ਪਊ ਕਿ ਜੇ ਛੋਟਾ ਇਸ ਤਰ੍ਹਾਂ ਦੀ ਕੋਈ ਹਰਕਤ ਕਰਦਾ, ਘਰ ਦੇ ਵਿੱਚੋਂ ਹਥਿਆਰ ਲੈ ਜਾਂਦਾ, ਪਰਚਾ ਮਾਂ-ਬਾਪ ਤੇ ਵੀ ਦਰਜ ਕਰੋ ਜਿਹਨਾਂ ਦਿੱਤਾ। ਕੀ ਕਰਨਗੇ? ਅਜੇ ਕੁਛ ਵੀ ਨਹੀਂ। ਹਾਲ ਦੀ ਘੜੀ ਤਾਂ ਇਹ ਕਿ ਹੇਠਲੇ ਹਾਊਸ ਨੇ ਪਾਸ ਕਰਤਾ ਤੇ ਸਾਰਿਆਂ ਨੂੰ ਪਤਾ ਕਿ ਉੱਪਰਲਾ ਹਾਊਸ ਸੈਨੇਟ ਜਿਹੜਾ, ਉੱਥੇ ਜਾ ਕੇ ਬਿੱਲ ਪਾਸ ਨਹੀਂ ਹੋਣ ਲੱਗਾ। ਸਵਾਲ ਇਹ ਨਹੀਂ ਕਿ ਬਿੱਲ ਪਾਸ ਹੋਇਆ ਕਿ ਨਹੀਂ ਹੋਇਆ, ਵੱਡਾ ਸਵਾਲ ਇਹ ਹੈ ਕਿ ਨਵਾਂ ਰਾਸ਼ਟਰਪਤੀ ਠੀਕ ਸੇਧ ਵਿੱਚ ਚੱਲ ਰਿਹਾ ਕਿ ਆ ਪਾਬੰਦੀਆਂ ਲੱਗਣੀਆਂ ਚਾਹੀਦੀਆਂ। ਜੀ ਹੁਣ ਸਾਹਿਬ ਇੱਕ ਗੱਲ ਹੋਰ ਦੱਸੋ, ਸੇਧ ਵਿੱਚ ਚੱਲਣਾ ਚਾਹੀਦਾ ਬੰਦੇ ਨੂੰ। ਵੈਸੇ ਤਾਂ ਹਮੇਸ਼ਾ ਹੀ ਗੱਲ ਕਹੀ ਜਾਂਦੀ ਹੈ, 21 ਸਾਲ ਇੱਕ ਬੰਦੇ ਨੇ ਨੌਕਰੀ ਕੀਤੀ ਬੈਂਕ ਮੈਨੇਜਰ ਦੀ, ਬਾਅਦ 'ਚ ਪਤਾ ਲੱਗਿਆ ਉਹ ਯੋਗ ਸੀਗਾ ਹੀ ਨਹੀਂ, ਨੌਕਰੀ ਫਿਰ ਕਿੱਦਾਂ ਕਰ ਗਿਆ? ਇਹ ਵੱਖਰੀ ਖਬਰ ਸਾਹਮਣੇ ਆਈ ਹੈ। ਇਹ ਪੰਜਾਬ ਹੈ ਜੀ, ਔਰ ਪੰਜਾਬ ਵਿੱਚ ਜਿੱਦਾਂ ਦਾ ਰਾਜ ਚੱਲਦਾ ਤੁਹਾਨੂੰ ਪਤਾ ਹੀ ਹੈ। ਇੱਥੇ ਤਾਂ ਇੱਕ ਵਾਰੀ ਇੱਕ ਇਹੋ ਜਿਹਾ ਕੇਸ ਵੀ ਨਿਕਲਿਆ ਸੀ ਕਿ ਉਹਦੇ 'ਚ ਇੱਕ ਡਾਕਟਰ 2 ਥਾਵਾਂ ਦੇ ਉੱਤੇ ਨੌਕਰੀ ਕਰੀ ਗਿਆ, ਔਰ ਦੋਵੇਂ ਥਾਵਾਂ ਤੇ ਸਰਕਾਰੀ ਡਾਕਟਰ ਦੇ ਤੌਰ ਤੇ ਨੌਕਰੀ ਕਰੀ ਗਿਆ। ਉਦੋਂ ਕੰਪਿਊਟਰਾਈਜ਼ ਸਿਸਟਮ ਨਹੀਂ ਸੀ ਹੁੰਦਾ। ਬਾਅਦ ਵਿੱਚ ਜਿਨ੍ਹਾਂ ਨੇ ਨੌਕਰੀ ਦਵਾਈ ਸੀ ਉਹਨਾਂ ਨਾਲ ਝਗੜਾ ਹੋ ਗਿਆ ਤੇ ਉਹਨਾਂ ਨੇ ਦੱਸਤਾ ਜੀ ਇੱਕ ਨੌਕਰੀ ਉਹ ਬਠਿੰਡੇ 'ਚ ਕਰ ਰਿਹਾ, ਦੂਸਰੀ ਹੁਸ਼ਿਆਰਪੁਰ 'ਚ ਕਰ ਰਿਹਾ। ਫਿਰ ਡਾਕਟਰ ਫੜਿਆ ਗਿਆ। ਹੁਸ਼ਿਆਰਪੁਰ ਵਾਲਾ ਜਾਲੀ ਸੀ, ਬਠਿੰਡੇ ਵਾਲਾ ਅਸਲੀ ਸੀ। ਪਰ ਬਠਿੰਡੇ ਵਾਲਾ ਆ ਕੇ ਉਹਨੂੰ ਦੂਸਰੇ ਨੂੰ ਇੱਥੇ ਬਿਠਾ ਕੇ ਗਿਆ ਸੀ, ਸਾਰਾ ਕੁਝ ਮਿਲ ਕੇ ਸੀ, ਇੱਕੋ ਪਰਿਵਾਰ 'ਚੋਂ ਸੀ। ਉਸੇ ਨੇ ਦੂਸਰੇ ਨੂੰ ਭਰਾ ਨੂੰ ਨੌਕਰੀ ਦਵਾਈ ਸੀ ਤੇ ਜੋ ਘਰ 'ਚ ਝਗੜਾ ਹੋ ਗਿਆ ਉਸੇ ਨੇ ਸ਼ਿਕਾਇਤ ਕਰਕੇ ਫੜਾ ਦਿੱਤਾ ਸੀ। ਹੁਣ ਇਹ ਜਿਹੜਾ ਕੇਸ ਨਿਕਲਿਆ ਇਹ ਕੋਆਪਰੇਟਿਵ ਮਹਿਕਮੇ ਦਾ 2001 ਦੇ ਵਿੱਚ ਇੱਕ ਬੰਦਾ ਇਹੋ ਜਿਹਾ ਭਰਤੀ ਕਰ ਲਿਆ ਮੈਨੇਜਰ ਜਿਹੜਾ ਕੁਆਲੀਫਾਈ ਨਹੀਂ ਸੀ ਕਰਦਾ। 2-3 ਸਾਲ ਬਾਅਦ ਸ਼ਿਕਾਇਤਾਂ ਹੋਣੀਆਂ ਸ਼ੁਰੂ ਹੋ ਗਈਆਂ। 2001 ਦੇ ਵਿੱਚ ਸਰਕਾਰ ਸੀ ਅਕਾਲੀ ਭਾਜਪਾ ਦੀ, ਉਹਨਾਂ ਦੇ ਵੇਲੇ ਜਾਲੀ ਭਰਤੀ ਹੋਈ। 2002 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆ ਗਈ। 2007 ਤੱਕ ਉਹਨਾਂ ਇਨਕੁਆਇਰੀ ਕਿਸੇ ਪਾਸੇ ਨਹੀਂ ਲਾਈ। 2007 'ਚ ਫਿਰ ਅਕਾਲੀ ਆ ਗਏ। ਅਕਾਲੀ ਦਲ ਦੀ ਸਰਕਾਰ 2017 ਤੱਕ ਰਹੀ, ਪਰ ਬੰਦਾ ਤੇ ਆਪ ਭਰਤੀ ਕਰਾਇਆ ਸੀ, ਉਹਦੇ ਖਿਲਾਫ ਇਹਨਾਂ ਕਾਰਵਾਈ ਕਰਨੀ ਸੀ। 2017 'ਚ ਫਿਰ ਕੈਪਟਨ ਅਮਰਿੰਦਰ ਸਿੰਘ ਆ ਗਿਆ, ਫਿਰ ਕਾਰਵਾਈ ਤੇਜ਼ ਹੋ ਗਈ। 2019 'ਚ ਸਾਬਤ ਹੋ ਗਿਆ ਕਿ ਨੌਕਰੀ ਦੇ ਯੋਗ ਨਹੀਂ, ਕਹਿੰਦੇ ਜੀ ਇੱਥੇ ਕਾਰਵਾਈ ਕਰੋ। 20 ਦੇ ਵਿੱਚ ਲਿਖਿਆ ਗਿਆ ਕਾਰਵਾਈ ਕਰੋ, 21 'ਚ ਲਿਖਿਆ ਗਿਆ ਕਾਰਵਾਈ ਕਰੋ, ਹੁਣ ਤੱਕ ਕਿਸੇ ਨੇ ਕੀਤੀ। ਹੁਣ ਨਵੀਂ ਸਰਕਾਰ ਨੇ ਆਖਿਆ ਕਿ ਇਹ ਗਲਤ ਢੰਗ ਨਾਲ ਭਰਤੀ ਹੋਇਆ ਸੀ ਕੋਆਪਰੇਟਿਵ ਮਹਿਕਮੇ 'ਚ। ਹੁਣ ਗਿਣਨਾ ਸ਼ੁਰੂ ਕਰੋ ਤੇ 2001 ਤੋਂ ਲੈ ਕੇ ਹੁਣ ਤੱਕ ਜਿੰਨੇ ਕੋਆਪਰੇਟਿਵ ਮਿਨਿਸਟਰ ਆਏ ਉਹਨਾਂ ਸਾਰਿਆਂ ਨੂੰ ਪੁੱਛਣਾ ਪਊ ਕਿ ਤੁਹਾਡੇ ਨੋਟਿਸ ਵਿੱਚ ਸੀ ਇਹ ਕੀ ਲਿਆ ਜੀਪੁਣਾ ਸੀ, ਕਿੱਦਾਂ ਤੁਸੀਂ ਚਲਾਉਂਦੇ ਰਹੇ? ਇਹਦਾ ਮਤਲਬ ਇੰਨੇ ਸਾਲਾਂ ਤੱਕ ਇਹ ਬੰਦਾ ਜੇ ਗਲਤ ਸਰਟੀਫਿਕੇਟਾਂ ਨਾਲ ਨੌਕਰੀ ਕਰਦਾ ਰਿਹਾ ਸੀ ਤੇ ਕੰਮ ਇਹਨੇ ਕਿਹੜੇ ਠੀਕ ਕੀਤੇ ਹੋਣਗੇ? ਤੇ ਜੋ ਕੁਝ ਗਲਤ ਕੀਤਾ, ਜੇ ਇਹਨੇ ਗਲਤ ਕੀਤਾ ਤੇ ਇਹਨੂੰ ਰਖਵਾਉਣ ਵਾਲੇ, ਇਹਨੂੰ ਬਚਾਉਣ ਵਾਲੇ, ਇਹਦੀ ਪੁਸ਼ਤ ਪੁਨਾਈ ਕਰਨ ਵਾਲੇ, ਇਹਦਾ ਲਿਹਾਜ਼ ਕਰਨ ਵਾਲੇ, ਉਹ ਸਾਰੇ ਦੇ ਸਾਰੇ ਜਿਨ੍ਹਾਂ ਨੇ ਮੰਤਰੀ ਬਣ ਲੱਗਿਆ ਸਹੁੰ ਚੁੱਕੀ ਸੀ ਕਿ ਮੈਂ ਪੱਖਪਾਤ ਨਹੀਂ ਕਰੂੰਗਾ, ਮੈਂ ਇਨਸਾਫ ਕਰੂੰਗਾ, ਮੈਂ ਕਿਸੇ ਦਾ ਲਿਹਾਜ਼ ਨਹੀਂ ਕਰੂੰਗਾ, ਉਹਨਾਂ ਨੇ ਆਪਣੀ ਉਸ ਸਹੁੰ ਦੀ ਉਲੰਘਣਾ ਕੀਤੀ ਹੈ। ਫਿਰ ਤਾਂ ਸਾਰੇ ਪੁੱਛ ਲੈਣੇ ਚਾਹੀਦੇ ਆ ਹੁਣ ਤੱਕ ਕੀ ਕੀਤਾ ਗਿਆ। ਪਰ ਇਹੋ ਜਿਹਾ ਕੁਝ ਨਹੀਂ ਹੋਣਾ
ਮੈਨੂੰ ਤਾਂ ਇਹ ਵੀ ਲੱਗਦਾ ਕਿ ਹੋ ਸਕਦਾ ਉਹਨੂੰ ਕੱਲ੍ਹ ਨੂੰ ਉਹ ਕਿਸੇ ਥਾਂ ਤੋਂ ਜਾ ਕੇ ਸਟੇ ਹੀ ਲੈ ਆਉਂਦਾ ਹੋਵੇ। ਇਹ ਜਿਹੜੇ ਆ ਅੱਗੇ ਕਹਿੰਦੇ ਹੁੰਦੇ ਸੀ ਲੋਕੀ, ਚੋਰ ਨੂੰ ਖਾਂਦੇ ਨਹੀਂ ਫਿਰ ਵੇਖੀਦਾ, ਚੋਰ ਨੂੰ ਕੁੱਟੀ ਦੇ ਨੂੰ ਵੇਖੀਦਾ। ਹੁਣ ਲੋਕੀ ਕਹਿੰਦੇ ਚੋਰ ਨੂੰ ਫੜੇ ਜਾਂਦੇ ਨਹੀਂ ਵੇਖੀਦਾ, ਚੋਰ ਨੂੰ ਛੁੱਟੀ ਦੇ ਨੂੰ ਵੇਖੀਦਾ। 21 ਸਾਲ ਤਾਂ ਤੁਹਾਨੂੰ ਵੈਨ ਨਹੀਂ ਕਰਤੇ। ਚਲੋ ਦੇਖਦੇ ਅੱਗੇ ਮਾਮਲੇ ਦਾ ਬਣਦਾ ਕੀ ਹੈ। ਪਰ ਤੁਸੀਂ ਤਹਿਸੀਲ ਨਾਲ ਸਾਰੀਆਂ ਖਬਰਾਂ ਦੀ ਜਾਣਕਾਰੀ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ, ਸ਼ੁਕਰੀਆ। ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦਾ ਵੇਲਾ ਆ ਗਿਆ। ਹੁਣ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।